Hello, myself Balraj Somal. Today we discuss Anglo-Sikh Wars. ਸਿੱਖਾਂ ਤੇ ਫਿਰੰਗੀਆਂ ਵਿਚਕਾਰ ਹੋਈਆਂ ਉਹਨਾਂ ਜੰਗਾਂ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਜਿਨ੍ਹਾਂ ਕਾਰਨ ਸਿੱਖ ਰਾਜ ਦਾ ਕੀ ਹੋਇਆ, ਪਤਨ ਹੋਇਆ। ਦੇਖੋ, ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸਿੱਖ ਰਾਜ ਬਹੁਤ ਜ਼ਿਆਦਾ ਫੈਲ ਚੁੱਕਿਆ ਸੀਗਾ। ਕਿਥੇ ਆਪਾਂ ਪੜ੍ਹਿਆ ਸੀ ਕਿ ਉੱਤਰ ਕੰਨੀ ਸਿੱਖ ਰਾਜ ਲਦਾਖ ਤੱਕ ਸੀ, ਤਾਂ ਉੱਤਰ ਪੱਛਮ ਕੰਨੀ ਇਹ ਜਮਰੂਦ ਤੱਕ ਫੈਲਿਆ ਹੋਇਆ ਸੀ, ਕਾਬੁਲ ਤੱਕ ਫੈਲਿਆ ਹੋਇਆ ਸੀ। ਤਾਂ ਫਿਰ ਕੀ ਕਾਰਨ ਹੋਏ, ਕੀ ਐਸਾ ਕੀ ਹੋਇਆ ਕਿ ਐਡੇ ਵੱਡੇ ਸਿੱਖ ਰਾਜ ਨੂੰ ਬਾਹਰੋਂ ਆਏ ਕੁਛ ਅੰਗਰੇਜ਼ਾਂ ਨੇ, ਠੀਕ ਹੈ ਜੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਆਪਦੇ ਕਬਜ਼ੇ ਵਿੱਚ ਲੈ ਲਿਆ। ਕਿਸ ਤਰ੍ਹਾਂ ਉਹਨਾਂ ਨੇ ਕਿਹੜੀਆਂ ਚਾਲਾਂ ਦੇ ਨਾਲ ਸਿੱਖ ਰਾਜ ਨੂੰ ਆਪਦੇ ਕਬਜ਼ੇ ਵਿੱਚ ਲਿਆ, ਇਹ ਅੱਜ ਆਪਾਂ ਡਿਸਕਸ ਕਰਾਂਗੇ ਅੱਜ ਦੇ ਇਸ ਲੈਕਚਰ ਦੇ ਵਿੱਚ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕੁਝ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇ। ਅਗਰ ਤੁਸੀਂ ਸਾਡੇ ਇੰਸਟੀਚਿਊਟ ਜਾਂ ਚੈਨਲ ਰਿਲੇਟਡ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਹਾਨੂੰ ਸਾਡੇ ਕਿਸੇ ਵੀ ਲੈਕਚਰ ਦਾ MCQs PDF ਜਾਂ ਵਰਕਸ਼ੀਟ ਚਾਹੀਦੀ ਹੈ, ਤੁਸੀਂ ਸਾਡਾ ਟੈਲੀਗ੍ਰਾਮ ਗਰੁੱਪ ਬਾਲਾਜੀ ਐਜੂਕੇਸ਼ਨ ਪੁਆਇੰਟ ਜੁਆਇਨ ਕਰ ਸਕਦੇ ਹੋ। ਉਸ ਦੇ ਵਿੱਚ ਤੁਹਾਨੂੰ ਸਾਡੇ ਸਾਰੇ ਲੈਕਚਰ ਦੀ PDF ਤੇ MCQs ਮਿਲਣਗੇ, ਠੀਕ ਹੈ। ਤਾਂ ਪਹਿਲੀ ਦੇਖੋ, ਜਦੋਂ ਫਸਟ ਐਂਗਲੋ ਸਿੱਖ ਵਾਰ ਸਭ ਤੋਂ ਪਹਿਲਾਂ ਹੋਈ, ਫਸਟ ਐਂਗਲੋ ਸਿੱਖ ਵਾਰ, ਇਹ ਪਹਿਲੀ ਐਂਗਲੋ ਸਿੱਖ ਵਾਰ ਹੋਈ ਸੀਗੀ 1845 ਤੋਂ 1846 ਦੇ ਵਿੱਚ, ਠੀਕ ਹੈ। 1845 ਤੋਂ 1846 ਦੇ ਵਿੱਚ ਹੋਈ ਸੀ ਪਹਿਲੀ ਐਂਗਲੋ ਸਿੱਖ ਵਾਰ, ਠੀਕ ਹੈ ਜੀ। ਪਹਿਲੀ ਐਂਗਲੋ ਸਿੱਖ ਵਾਰ ਦੇ ਟਾਈਮ ਕੀ ਸੀ? ਦੇਖੋ, ਮਹਾਰਾਜਾ ਰਣਜੀਤ ਸਿੰਘ ਤੋਂ ਦੇ ਟਾਈਮ ਜੋ ਅੰਗਰੇਜ਼ ਸੀਗੇ, ਉਹ ਜੋ ਉਹਨਾਂ ਨੇ ਟਰੀਟੀ ਕੀਤੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਨਾਲ, ਟਰੀਟੀ ਆਫ ਅੰਮ੍ਰਿਤਸਰ, ਆਪਾਂ ਨੇ ਪੜ੍ਹਿਆ ਸੀਗਾ ਲਾਸਟ, ਟਰੀਟੀ ਆਫ ਅੰਮ੍ਰਿਤਸਰ। ਉਸ ਦੇ ਅਕੋਰਡਿੰਗ ਕੀ ਸੀਗਾ ਕਿ ਉਹ ਸਤਲੁਜ ਨੂੰ ਪਾਰ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਟਰੀਟੀ ਦੇ ਵਿੱਚ ਨਹੀਂ ਆ ਸਕਦੇ। ਬਟ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਕਦੋਂ ਹੁੰਦੀ ਹੈ? 1839 ਦੇ ਵਿੱਚ ਲਾਹੌਰ ਦੇ ਵਿੱਚ ਆਪਾਂ ਪੜ੍ਹਿਆ ਸੀ, ਪੈਰਾਲਾਈਸਿਸ ਕਾਰਨ, ਅਧਰੰਗ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ। ਉਹਨਾਂ ਦੀ ਡੈਥ ਤੋਂ ਬਾਅਦ ਕੀ ਹੁੰਦਾ ਹੈ ਕਿ ਸਾਰੇ ਪੰਜਾਬ ਸੂਬੇ ਦੇ ਵਿੱਚ ਅਨਾਰਚੀ ਫੈਲ ਜਾਂਦੀ ਹੈ, ਮਤਲਬ ਅਰਾਜਕਤਾ ਫੈਲ ਜਾਂਦੀ ਹੈ, ਅਰਾਜਕਤਾ ਫੈਲ ਜਾਂਦੀ ਹੈ। ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਮੈਂ ਰਾਜਾ ਬਣਾ ਹੁਣ, ਠੀਕ ਹੈ ਜੀ। ਇਸ ਅਰਾਜਕਤਾ ਦੇ ਕਾਰਨ ਕਨਫਿਊਜ਼ਨ, ਠੀਕ ਹੈ ਜੀ, ਕਿਉਂਕਿ ਦੇਸ਼ ਦੇ ਵਿੱਚ ਇੱਕ ਰੈਗੂਲਰ ਇੱਕ ਰੂਲ ਨਹੀਂ ਰਹਿੰਦਾ, ਕੋਈ ਮਹਾਰਾਜਾ ਨਹੀਂ ਹੁੰਦਾ, ਕੋਈ ਲੀਡਰ ਨਹੀਂ ਹੁੰਦਾ, ਹਰ ਕੋਈ ਆਪਦੇ ਆਪ ਨੂੰ ਹੀ ਲੀਡਰ ਸਮਝਦਾ ਹੁੰਦਾ ਕਿ ਮੈਂ ਲੀਡਰ ਬਣੂੰਗਾ। ਇਸੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਜੋ ਸਭ ਤੋਂ ਵੱਡੇ ਬੇਟੇ ਸੀਗੇ ਖੜਕ ਸਿੰਘ, ਉਹਨਾਂ ਨੂੰ ਵੀ ਜੋ ਉਹਨਾਂ ਦੇ, ਠੀਕ ਹੈ ਜੀ, ਇਹਨਾਂ ਨੇ ਅੱਗੇ ਰਾਜਾ ਬਣਨਾ ਸੀ, ਇਹਨਾਂ ਨੂੰ ਵੀ ਮਰਵਾ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਹੀ ਕਾਰਨ ਸੀਗੇ ਅਨਾਰਚੀ ਤੇ ਕਨਫਿਊਜ਼ਨ, ਜਿਸ ਦੇ ਕਾਰਨ ਅੰਗਰੇਜ਼ਾਂ ਦੇ ਵਿੱਚ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਵਿੱਚ ਉਹਨਾਂ ਕੁ ਹੌਸਲਾ ਹੋਇਆ ਕਿ ਉਹ ਸਤਲੁਜ ਨੂੰ ਪਾਰ ਕਰਕੇ ਇਸ ਦੇ ਵਿੱਚ ਦਖਲਅੰਦਾਜ਼ੀ ਕਰ ਸਕਣ, ਠੀਕ ਹੈ ਜੀ। ਦੇਖੋ, ਇਨ 1845 ਤੋਂ 46 ਦੇ ਵਿੱਚ ਦਾ ਫਸਟ ਐਂਗਲੋ ਸਿੱਖ ਵਾਰ ਟੁੱਕ ਪਲੇਸ ਵੈਨ, ਜਦੋਂ ਪਹਿਲੀ ਐਂਗਲੋ ਸਿੱਖ ਵਾਰ ਹੋਈ ਤਾਂ ਉਸ ਵਕਤ ਪੰਜਾਬ ਦਾ ਰੂਲਰ ਕੌਣ ਸੀਗਾ, ਪੰਜਾਬ ਦਾ ਲੀਡਰ ਕੌਣ ਸੀ? ਤਾਂ ਉਹ ਸੀਗੇ ਮਹਾਰਾਜਾ ਦਲੀਪ ਸਿੰਘ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਉਸ ਟਾਈਮ ਪੰਜਾਬ ਦੇ ਰੂਲਰ ਸੀਗੇ, ਬਟ ਇਹ ਮਾਈਨਰ ਸੀਗੇ, ਮਤਲਬ ਆਪਾਂ ਕਹਿ ਸਕਦੇ ਹਾਂ ਨਾਬਾਲਗ ਸੀਗੇ, ਬਾਲਗ ਨਹੀਂ ਹੋਏ ਸੀਗੇ, ਠੀਕ ਹੈ। ਤਾਂ ਉਸ ਟਾਈਮ ਜੋ ਮਹਾਰਾਣੀ ਜਿੰਦਾ ਸੀ, ਜੋ ਮਹਾਰਾਜਾ ਦਲੀਪ ਸਿੰਘ ਦੀ ਮਦਰ ਸੀਗੀ ਮਹਾਰਾਣੀ ਜਿੰਦਾ, ਤੇ ਮਹਾਰਾਜਾ ਰਣਜੀਤ ਸਿੰਘ ਦੀ ਵਾਈਫ, ਉਹ ਕੀ ਸੀਗੀ? ਰੀਜੈਂਟ ਸੀਗੀ ਮਹਾਰਾਜਾ ਦਲੀਪ ਸਿੰਘ ਦੀ। ਹੁਣ ਰੀਜੈਂਟ ਕੀ ਹੁੰਦਾ? ਰੀਜੈਂਟ ਇੱਕ ਤਰ੍ਹਾਂ ਦਾ ਪਰਸਨ ਹੁੰਦਾ ਹੈ, ਇੱਕ ਤਰ੍ਹਾਂ ਦਾ ਵਿਅਕਤੀ ਹੁੰਦਾ ਹੈ, ਜੋ ਕਿ ਜਦੋਂ ਤੱਕ ਮਹਾਰਾਜਾ ਜੋ ਹੈ ਉਹ ਬਾਲਗ ਨਹੀਂ ਹੋ ਜਾਂਦਾ, ਉਸ ਟਾਈਮ ਤੱਕ ਉਹ ਸਾਰੀ ਸਟੇਟ ਦੀ, ਸਾਰੇ ਸੂਬੇ ਦੀ ਦੇਖ ਰੇਖ ਕਰੇਗੀ, ਠੀਕ ਹੈ ਜੀ। ਤਾਂ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ 16 ਸਾਲ ਦੀ ਉਮਰ ਤੱਕ, ਠੀਕ ਹੈ, ਉਸ ਵਕਤ ਜੋ 16 ਸਾਲ ਦੀ ਉਮਰ ਸੀ ਉਸ ਨੂੰ ਹੀ ਨਾਬਾਲਗ ਕਿਹਾ ਜਾਂਦਾ ਸੀ, ਉਸ ਤੋਂ ਬਾਅਦ ਨੂੰ ਬਾਲਗ ਕਿਹਾ ਜਾਂਦਾ ਸੀ। ਤਾਂ 16 ਸਾਲ ਦੀ ਉਮਰ ਤੱਕ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਨਹੀਂ ਹੋ ਜਾਂਦੇ, ਤਾਂ ਉਸ ਟਾਈਮ ਤੱਕ ਮਹਾਰਾਣੀ ਜਿੰਦਾ ਹੀ ਸੀ, ਜਿਸ ਨੇ ਕਿ ਜੋ ਸੂਬਾ ਸੀ ਪੰਜਾਬ ਸੂਬੇ ਦੀ ਦੇਖ ਰੇਖ ਕਰਨੀ ਸੀਗੀ। ਮਹਾਰਾਜਾ ਦਲੀਪ ਸਿੰਘ ਨੂੰ ਸਾਰੇ ਦੱਸਣਾ ਸੀਗਾ ਕਿ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਤਾਂ ਉਹ ਹੁੰਦਾ ਹੈ ਰੀਜੈਂਟ, ਐਸਾ ਵਿਅਕਤੀ ਜੋ ਕਿ ਜਦੋਂ ਤੱਕ ਕੋਈ ਵੀ ਮਹਾਰਾਜਾ ਉਹ ਮਚਿਓਰ ਨਹੀਂ ਹੋ ਜਾਂਦਾ, ਉਦੋਂ ਤੱਕ ਉਸ ਦੀ ਜਗ੍ਹਾ 'ਤੇ ਉਸ ਜੋ ਵੀ ਸਟੇਟ ਹੈ ਉਸ ਦੀ ਦੇਖ ਰੇਖ ਕਰੇਗਾ, ਠੀਕ ਹੈ। ਤਾਂ ਉਹ ਕੌਣ ਸੀ? ਮਹਾਰਾਣੀ ਜਿੰਦਾ ਸੀਗੀ। ਤੇ ਲਾਰਡ ਹਾਰਡਿੰਗ ਕੀ ਸੀ? ਗਵਰਨਰ ਜਨਰਲ ਸੀਗਾ ਇੰਡੀਆ ਦਾ, ਠੀਕ ਹੈ। ਲਾਰਡ ਹਾਰਡਿੰਗ ਕੀ ਸੀਗਾ? ਗਵਰਨਰ ਜਨਰਲ ਸੀਗਾ ਇੰਡੀਆ ਦਾ। ਤਾਂ ਇਹ 3 ਕੁਐਸਚਨ ਨੇਗੇ। ਪਹਿਲਾ ਕੁਐਸਚਨ ਕਿ ਪਹਿਲੀ ਐਂਗਲੋ ਸਿੱਖ ਵਾਰ ਕਦੋਂ ਹੋਈ? 1845 ਤੋਂ 46 ਦੇ ਵਿੱਚ। ਉਸ ਟਾਈਮ ਰਾਜਾ ਕੌਣ ਸੀਗਾ? ਮਹਾਰਾਜਾ ਦਲੀਪ ਸਿੰਘ ਸੀਗੇ। ਤੇ ਰੀਜੈਂਟ ਕੌਣ ਸੀਗੀ? ਠੀਕ ਹੈ ਜੀ। ਰਾਜ ਪ੍ਰਮੁੱਖ ਕੌਣ ਸੀਗੀ? ਇਸ ਨੂੰ ਤੁਸੀਂ ਕਹਿ ਸਕਦੇ ਹੋ ਰਾਜ ਪ੍ਰਮੁੱਖ, ਠੀਕ ਹੈ। ਰਾਜ ਪ੍ਰਮੁੱਖ ਕਹਿ ਸਕਦੇ ਹੋ। ਰਾਜ ਪ੍ਰਮੁੱਖ ਕੌਣ ਸੀਗੀ? ਮਹਾਰਾਣੀ ਜਿੰਦਾ ਸੀਗੀ। ਤੇ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ? ਲਾਰਡ ਹਾਰਡਿੰਗ ਸੀਗਾ ਗਵਰਨਰ ਜਨਰਲ ਆਫ ਇੰਡੀਆ। ਨੈਕਸਟ ਅੱਗੇ ਆਉਂਦੇ ਨੇ ਪਹਿਲੀ ਐਂਗਲੋ ਸਿੱਖ ਵਾਰ ਦੇ ਟਾਈਮ ਕਿਹੜੀਆਂ ਲੜਾਈਆਂ ਹੋਈਆਂ, ਕਿਹੜੀ ਬੈਟਲਸ ਹੋਈ। ਟੋਟਲ 5 ਬੈਟਲਸ ਹੋਈਆਂ ਸੀਗੀਆਂ ਪਹਿਲੀ ਐਂਗਲੋ ਸਿੱਖ ਵਾਰ ਦੇ ਵਿੱਚ,
पहली सीगी बैटल ऑफ मुदकी, सब तो इंपॉर्टेंट तुसीं ये याद रखना कि बैटल ऑफ मुदकी किहड़ी सीगी, पहली एंग्लो सिख वॉर सीगी। तो क्वेश्चन आता कि फस्ट एंग्लो सिख वॉर दे विच पहली लड़ाई किहड़ी सीगी, बैटल ऑफ मुदकी सीगी। उस तो बाद बैटल ऑफ फिरोज शहर, फिर आउंदी है बैटल ऑफ बद्दोवाल। मोस्ट इंपॉर्टेंट क्यों, क्योंकि बैटल ऑफ बद्दोवाल ही कल्ली ऐसी बैटल सी जिसनूं सिखां ने जित्तिया सीगा, ठीक है, जिन्होंने सिखां ने जित्तिया सीगा, ये कल्ली ऐसी बैटल सी बैटल ऑफ बद्दोवाल। उस तो बाद आउंदी है बैटल ऑफ अलीवाल, फिर आउंदी है बैटल ऑफ सबराऊं। ये भी मोस्ट इंपॉर्टेंट क्योंकि इस दे विच जो इन्हां दे लीडर सीगे शाम सिंह अटारी वाला, उन्हां दी डैथ हो जाती है, ठीक है जी। इन्हां नूं ही आपां डिटेल दे विच पढ़ांगे। पहला जो थोड़े क्वेश्चन बनते हैं उरों ही बनते हैं कि एंग्लो सिख वॉर दे विच कितनियां लड़ाइयां हुई, 5। पहली किहड़ी है बैटल ऑफ मुदकी, तो इन्हां दी डेट्स। बैटल ऑफ मुदकी हुई सी 18 दिसंबर 1845 दे विच। बैटल ऑफ फिरोजशहर हुई 21 दिसंबर 1845 दे विच। बैटल ऑफ बद्दोवाल हुई 21 जनवरी 1846 दे विच। बैटल ऑफ अलीवाल 28 जनवरी 1846 दे विच, ते बैटल ऑफ सबराऊं 10 फरवरी 1846 दे विच हुई सी। देखो मेन अपना काम की है कि आपां ने एंग्लो सिख वॉर नूं याद रखना है कि कौन सिखां दा लीडर सीगा, कौन ब्रिटिश दा लीडर सीगा। तो इस दे लई जो सब तो आसान तरीका हुंदा है वो हुंदा है चार्ट दी फॉर्म दे विच। तां तुहाडे लई मैं उरे चार्ट बनाया है, ते हर जो बैटल है उसके बारे, हर एक जंग के बारे मैं तुहानूं डिटेल दे विच इस तो एक्सट्रा दसदा जाऊँगा। तां जो पहली एंग्लो सिख वॉर थी वो सीगी बैटल ऑफ मुदकी। ये आप पिछे पढ़ चुके हैं कि 18 दिसंबर 1845 नूं ये होई सी, ते जगह किहड़ी ते होई सी, मुदकी दे विच। इस दे विच सिखां दा जो लीडर सीगा, जो सिख फौज नूं लीड कर रहा सी, वो कौन सी, लाल सिंह। ते अंग्रेज़ां नूं लीड करने वाला कौन सी, सर ह्यूग गॉज, ठीक है। सर ह्यूग गॉज सीगा ब्रिटिश नूं लीड करने वाला। इस बैटल दे विच सिखां ने आपदी जो कह दईए आपां अंतां दी बहादरी दिखाई सीगी, बहुत बहादरी नाल लड़े। बट जिवें आपां जाणदे हैं कि एक टीम दे लड़न नाल कुछ नहीं हुंदा अगर उन्हां दा कैप्टन ही कमज़ोर होवे। कैप्टन ही अगर गद्दार निकल जाए, जो कैप्टन ने सोचा होया कि मैंने अपनी टीम नूं हराउणा, तो वो टीम हारूगी। तो उस प्रकार होया कि सिखां दा जो लीडर सीगा लाल सिंह, उसके मन च की आ गई सी, गद्दारी आ गई सी, ते इसदी गद्दारी के कारण ही सिख बैटल ऑफ मुदकी हारे सीगे सर ह्यूग गॉज तो, ठीक है जी। तो क्वेश्चन आता कि पहली बैटल किहड़ी सी, बैटल ऑफ मुदकी। लीडर कौन सी, लाल सिंह, ते इसदी ही गद्दारी के कारण सिख हारे सीगे बैटल ऑफ मुदकी नूं, ते जित्तिया कौन सीगा, ब्रिटिश, ठीक है। उस तो बाद दूसरी बैटल आउंदी है बैटल ऑफ फिरोज शहर। बैटल ऑफ फिरोज शहर आउंदी है, ठीक है जी। ये हुंदी है 21 दिसंबर 1845 दे विच। ये फिरोज शहर नाम की जगह है, उत्थे हुंदी है। तो इस दे विच सिख एक बार फिर तो लाल सिंह ते विश्वास कर लैंदे ने, पर इस बार लाल सिंह दे नाल तेज सिंह भी, ठीक है जी, सिखां नूं लीड करदा। बट ये दोनों ही फिर तो की करते हैं, गद्दारी करते हैं, तो इन्हां दी गद्दारी कारण सिख फिर तो हार जाते हैं बैटल ऑफ फिरोज शहर दे विच, ठीक है। इस विच भी जो ब्रिटिशर नूं लीड कर रहा सी वो सी सर ह्यूग गॉज। सर ह्यूग गॉज ही ब्रिटिशर नूं लीड कर रहा सी, इहदे विच भी कौन जितदा है, ब्रिटिश ही जितदे ने, ठीक है जी। ये सीगियां पहलियां 2 बैटलां फस्ट एंग्लो सिख वॉर दियां। नैक्सट आउंदी है बैटल ऑफ बद्दोवाल। देखो बद्दोवाल नाम की एक जगह है लुधियाने जिले के विच, ठीक है, लुधियाना डिस्ट्रिक्ट के विच बद्दोवाल नाम की जगह है। उस जगह पर बैटल ऑफ बद्दोवाल हुंदी है 21 जनवरी 1846 के विच, ठीक है। 21 जनवरी 1846 के विच बैटल ऑफ बद्दोवाल हुंदी है। तो इस दे विच जो मोस्ट इंपॉर्टेंट 2 पक्षां तो, क्यों, एक तो ये सिख जिते सीगे, दूसरा तो पुछते हैं कि इस दे विच जो सिख फौज नूं लीड करिया सीगा वो लाल सिंह या तेज सिंह ने नहीं किया सी, इस विच लीड किया सीगा रणजोध सिंह मजीठिया ने। तो क्वेश्चन जो पैट क्वेश्चन आता कि बैटल ऑफ बद्दोवाल दे विच सिख फौज नूं लीड करने वाला कौन सी, तो रणजोध सिंह मजीठिया। ये बहुत ही सूझवान योधे सीगे, बहुत ही सूझवान लीडर सीगे, ते इन्हां ने बड़ी ही सूझबूझ नाल हैनरी स्मिथ, इस बैटल ऑफ बद्दोवाल दे विच ब्रिटिश फौज नूं लीड कर रहा सी सर हैनरी स्मिथ का मुकाबला किया सी बड़ी सूझबूझ नाल रणजोध सिंह मजीठिया ने, ते हैनरी स्मिथ नूं हराया सी। ते इस बैटल दे विच कौन जित्तिया सीगा, ठीक है जी, बैटल ऑफ बद्दोवाल जित्ती सी सिखां ने। तो मोस्ट इंपॉर्टेंट बैटल है बैटल ऑफ बद्दोवाल। देखो 3 बैटल ने जिहड़ियां तुहानूं फस्ट एंग्लो सिख वॉर दे विच याद रखने, बैटल ऑफ मुदकी क्योंकि वो पहली बैटल सी जिहड़ी फस्ट एंग्लो सिख वॉर दे विच लड़ी गई सी। दूसरी हैगी बैटल ऑफ बद्दोवाल, ठीक है जी। तो इसके लीडर याद रखने रणजोध सिंह मजीठिया, क्यों जरूरी है, क्योंकि सिख इस बैटल में जिते सी, ठीक है। नैक्सट आउंदी है बैटल ऑफ अलीवाल। बैटल ऑफ अलीवाल ये हुई सी 28 जनवरी 1846 के विच अलीवाल नाम की जगह ते। इस विच भी रणजोध सिंह मजीठिया ने ही सिख फौज नूं लीड किया सीगा, बट इस दे विच की सीगे ब्रिटिश जिते सीगे ते सिख हार गए सीगे। हारे नहीं सीगे सिख, उस वक्त सतलुज नूं पार करके एक बार भज गए सीगे कि इन्हों जो भी इन्हों का नुकसान करके ब्रिटिश का एक तरह आप कह सकते हैं कि बहुत ज़्यादा जानी माली नुकसान करके
ਜੋ ਸਿੱਖ ਸੀਗੇ ਉਹ ਸਤਲੁਜ ਨੂੰ ਪਾਰ ਕਰਕੇ ਭੱਜ ਗਏ ਸੀਗੇ। ਠੀਕ ਹੈ ਜੀ, ਤਾਂ ਕਿਹਾ ਜਾਂਦਾ ਕਿ ਸਿੱਖ ਭੱਜ ਗਏ ਸੀ ਤਾਂ ਬ੍ਰਿਟਿਸ਼ ਨੂੰ ਜਿੱਤੇ ਸੀਗੇ। ਤੇ ਇਸ ਵਿੱਚ ਬ੍ਰਿਟਿਸ਼ ਫੌਜ ਨੂੰ ਕਿਸ ਨੇ ਲੀਡ ਕੀਤਾ ਸੀ? ਸਰ ਹੈਨਰੀ ਸਮਿਥ ਨੇ ਹੀ ਇਸ ਨੂੰ ਲੀਡ ਕੀਤਾ ਸੀ ਤੇ ਰਣਜੋਤ ਸਿੰਘ ਮਜੀਠੀਆ ਨੇ ਹੀ ਇਸ ਨੂੰ ਲੀਡ ਕੀਤਾ ਸੀਗਾ ਸਿੱਖਾਂ ਨੂੰ। ਤੇ ਫਸਟ ਐਂਗਲੋ ਸਿੱਖ ਵਾਰ ਦੀ ਆਖਰੀ ਲੜਾਈ ਹੈ ਬੈਟਲ ਆਫ ਸਬਰਾਉਂ, ਮੋਸਟ ਇੰਪੋਰਟੈਂਟ। ਤਾਂ ਪੁੱਛਿਆ ਜਾਂਦਾ ਕਿ ਕਿਸ ਬੈਟਲ ਤੋਂ ਬਾਅਦ, ਠੀਕ ਹੈ, ਟ੍ਰੀਟੀ ਆਫ ਲਾਹੌਰ ਹੁੰਦੀ ਹੈ? ਤਾਂ ਉਹ ਹੈਗੀ ਬੈਟਲ ਆਫ ਸਬਰਾਉਂ। ਬੈਟਲ ਆਫ ਸਬਰਾਉਂ ਤੋਂ ਬਾਅਦ ਟ੍ਰੀਟੀ ਆਫ ਲਾਹੌਰ ਹੁੰਦੀ ਹੈ ਤੇ ਇਹ ਹੁੰਦੀ ਹੈ 10 ਫਰਵਰੀ 1846 ਦੇ ਵਿੱਚ। 10 ਫਰਵਰੀ 1846 ਦੇ ਵਿੱਚ ਟ੍ਰੀਟੀ ਆਫ ਲਾਹੌਰ ਹੋਈ ਸੀ ਸਬਰਾਉਂ ਨਾਂ ਦੀ ਜਗ੍ਹਾ ਤੇ। ਠੀਕ ਹੈ, ਸਬਰਾਉਂ ਨਾਂ ਦੀ ਜਗ੍ਹਾ ਤੇ ਹੁੰਦੀ ਹੈ ਬੈਟਲ ਆਫ ਸਬਰਾਉਂ 10 ਫਰਵਰੀ 1846 ਦੇ ਵਿੱਚ। ਇਸ ਦੇ ਵਿੱਚ ਦੇਖੋ ਸਿੱਖਾਂ ਨੇ ਹਾਰਨਾ ਹੀ ਸੀ, ਕਿਉਂਕਿ ਇਸ ਦੇ ਵਿੱਚ ਸਿੱਖਾਂ ਨੇ ਫਿਰ ਤੋਂ ਵਿਸ਼ਵਾਸ ਕਰ ਲਿਆ ਸੀ ਕਿਹਨਾਂ ਉੱਤੇ? ਲਾਲ ਸਿੰਘ ਤੇ ਤੇਜ ਸਿੰਘ ਤੇ। ਬਟ ਇਸ ਦੇ ਵਿੱਚ ਇੱਕ ਨਵੇਂ ਲੀਡਰ ਆਏ ਸੀ, ਸ਼ਾਮ ਸਿੰਘ ਅਟਾਰੀ ਵਾਲਾ। ਸ਼ਾਮ ਸਿੰਘ ਅਟਾਰੀ ਵਾਲਾ ਇਸ ਦੇ ਵਿੱਚ ਨਵੇਂ ਲੀਡਰ ਆਏ ਸੀਗੇ ਤੇ ਇਸ ਦੇ ਵਿੱਚ ਜੋ ਬ੍ਰਿਟਿਸ਼ਰ ਨੂੰ ਲੀਡ ਕੀਤਾ ਸੀ ਉਹਦੇ ਕੀਤਾ ਸੀ ਸਰ ਹਿਊ ਗੌਜ ਨੇ ਤੇ ਹੈਨਰੀ ਹਾਰਡਿੰਗ ਨੇ। ਠੀਕ ਹੈ, ਇਹਨਾਂ ਦੋਨਾਂ ਨੇ ਬ੍ਰਿਟਿਸ਼ ਫੌਜ ਨੂੰ ਲੀਡ ਕੀਤਾ ਸੀ। ਇਹ ਫੌਜ ਇਸ ਲੜਾਈ ਨੂੰ ਵੀ ਸਿੱਖ ਕਿਉਂ ਹਾਰੇ? ਕਿਉਂਕਿ ਇਸ ਲੜਾਈ ਦੇ ਵਿੱਚ ਵੀ ਲਾਲ ਸਿੰਘ ਤੇ ਤੇਜ ਸਿੰਘ ਧੋਖਾ ਕਰਕੇ ਸੀਗੇ, ਗਦਾਰੀ ਕਰ ਗਏ ਸੀ। ਬਟ ਉਹਨਾਂ ਦੀ ਧੋਖੇ ਦੇ ਬਾਵਜੂਦ ਵੀ ਸ਼ਾਮ ਸਿੰਘ ਅਟਾਰੀ ਵਾਲਾ ਬੜੀ ਹੀ ਬਹਾਦਰੀ ਨਾਲ ਲੜੇ ਤੇ ਅੰਤ ਤੱਕ ਲੜੇ, ਆਪਣੇ ਅੰਤਲੇ ਸਾਹ ਤੱਕ ਸ਼ਾਮ ਸਿੰਘ ਅਟਾਰੀ ਵਾਲਾ ਲੜਦੇ ਰਹੇ ਤੇ ਇਸ ਲੜਾਈ ਦੇ ਵਿੱਚ ਹੀ ਬੈਟਲ ਆਫ ਸਬਰਾਉਂ ਦੇ ਵਿੱਚ ਹੀ ਸ਼ਾਮ ਸਿੰਘ ਅਟਾਰੀ ਵਾਲਾ ਜੀ ਸ਼ਹਾਦਤ ਨੂੰ, ਠੀਕ ਹੈ, ਜਾਮ ਪੀ ਗਏ, ਸ਼ਹੀਦ ਹੋ ਗਏ। ਬਟ ਇਸ ਬੈਟਲ ਦੇ ਵਿੱਚ ਸਿੱਖਾਂ ਨੇ ਆਪਣੇ ਮਰਦੇ ਵੀ ਬ੍ਰਿਟਿਸ਼ ਦਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਸੀ। ਕਿਹਾ ਜਾਂਦਾ ਕਿ 320 ਦੇ ਲਗਭਗ ਬ੍ਰਿਟਿਸ਼ ਸੋਲਜਰ ਮਾਰੇ ਗਏ ਸੀਗੇ ਤੇ 283 ਬ੍ਰਿਟਿਸ਼ ਸੋਲਜਰ ਜ਼ਖਮੀ ਹੋ ਗਏ ਸੀਗੇ। ਠੀਕ ਹੈ ਜੀ, ਤੇ ਇਸ ਦੇ ਵਿੱਚ ਲਗਭਗ 3125 ਸਿੱਖ ਜਿਹੜੇ ਆਰਮੀ ਸੀਗੀ, ਸਿੱਖ ਫੌਜ ਦੇ ਸੈਨਿਕ ਸੀਗੇ, ਉਹ ਸ਼ਹੀਦ ਹੋ ਗਏ ਸੀ ਤੇ ਫੱਟੜ ਹੋ ਗਏ ਸੀਗੇ। ਠੀਕ ਹੈ ਜੀ, ਤਾਂ ਇਹ ਸੀਗੀਆਂ ਪਹਿਲੀਆਂ 5 ਬੈਟਲਾਂ ਫਸਟ ਐਂਗਲੋ ਸਿੱਖ ਵਾਰ ਦੀਆਂ। ਦੇਖੋ ਇਸ ਬੈਟਲ ਦੇ ਵਿੱਚ, ਬੈਟਲ ਆਫ ਸਬਰਾਉਂ ਦੇ ਵਿੱਚ ਸਿੱਖ ਜਿੱਤਦੇ ਹਾਰੇ ਨੇਗੇ। ਪਹਿਲਾਂ ਸਿੱਖ ਬ੍ਰਿਟਿਸ਼ ਫੌਜ ਤੇ ਬਹੁਤ ਜ਼ਿਆਦਾ ਭਾਰੂ ਹੋ ਰਹੇ ਸੀਗੇ। ਠੀਕ ਹੈ, ਸ਼ਾਮ ਸਿੰਘ ਅਟਾਰੀ ਵਾਲਾ ਬੜੀ ਬਹਾਦਰੀ ਨਾਲ ਲੜ ਰਹੇ ਸੀਗੇ, ਬਟ ਉਹਨਾਂ ਦੇ ਨਾਲ ਦੇ ਸਾਥੀ ਉਹਨਾਂ ਨੂੰ ਕੀ ਕਰ ਗਏ? ਗਦਾਰੀ ਕਰ ਗਏ, ਉਹਨਾਂ ਨਾਲ ਧੋਖਾ ਕਰ ਗਏ। ਤਾਂ ਸਿੱਖ ਫੌਜ ਜਿੱਤਦੀ ਹਾਰੀ ਹੈ। ਤਾਂ ਫਸਟ ਐਂਗਲੋ ਸਿੱਖ ਵਾਰ ਦੇ ਉੱਤੇ ਇੱਕ ਬੁੱਕ ਲਿਖੀ ਗਈ ਸੀ ਜਿਸ ਨੂੰ ਕਹਿੰਦੇ ਨੇਗੇ ਜੰਗਨਾਮਾ। ਠੀਕ ਹੈ, ਜੰਗਨਾਮਾ ਇਹ ਲਿਖੀ ਸੀਗੀ ਸ਼ਾਹ ਮੁਹੰਮਦ ਨੇ। ਸ਼ਾਹ ਮੁਹੰਮਦ ਨੇ ਇਹ ਬੁੱਕ ਲਿਖੀ ਸੀਗੀ ਜੰਗਨਾਮਾ। ਇਸ ਦਾ ਫੁੱਲ ਨੇਮ ਕੀ ਹੈ? ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ। ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਲਿਖੀ ਸੀਗੀ ਸ਼ਾਹ ਮੁਹੰਮਦ ਨੇ। ਤੇ ਕਿਸ ਦੇ ਲਈ ਹੈ? ਇਹ ਹੈਗੀ ਆ ਫਸਟ ਐਂਗਲੋ ਸਿੱਖ ਵਾਰ ਦੇ ਲਈ। ਪਹਿਲੀ ਸਿੱਖਾਂ ਤੇ ਫਰੰਗੀਆਂ ਵਿਚਕਾਰ ਹੋਈ ਲੜਾਈ ਦੇ ਉੱਪਰ ਹੈ ਜੰਗਨਾਮਾ। ਠੀਕ ਹੈ ਜੀ, ਸਿੰਘਾਂ ਤੇ ਫਰੰਗੀਆਂ ਦਾ ਲਿਖੀ ਸੀ ਸ਼ਾਹ ਮੁਹੰਮਦ। ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ, ਠੀਕ ਹੈ, ਇੱਕ ਬਹੁਤ ਹੀ ਮਸ਼ਹੂਰ ਪੋਇਟ ਸੀਗੇ। ਠੀਕ ਹੈ, ਇਹਨਾਂ ਦੀ ਇਸ ਬੁੱਕ ਦੇ ਵਿੱਚ ਹੀ ਲਾਈਨ ਆਉਂਦੀ ਹੈ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਠੀਕ ਹੈ ਜੀ, ਉਹ ਬੈਟਲ ਆਫ ਸਬਰਾਉਂ ਦੇ ਬਾਰੇ ਹੀ ਗੱਲ ਕੀਤੀ ਗਈ ਕਿ ਜਿਸ ਦੇ ਵਿੱਚ ਸਿੱਖ ਫੌਜਾਂ ਪਹਿਲਾਂ ਜਿੱਤ ਰਹੀਆਂ ਸੀਗੀਆਂ, ਬਟ ਆਪਦੇ ਲੀਡਰਾਂ ਦੇ ਧੋਖੇ ਦੇ ਕਾਰਨ ਉਹ ਜਿੱਤਦੀਆਂ ਆਖਰ ਦੇ ਵਿੱਚ ਹਾਰ ਗਈਆਂ ਨੇ। ਤਾਂ ਇਹ ਸੀਗੀ ਪਹਿਲੀ ਫਸਟ ਐਂਗਲੋ ਸਿੱਖ ਵਾਰ। ਠੀਕ ਹੈ, 5 ਬੈਟਲਾਂ ਹੋਈਆਂ ਨੇ। ਬੈਟਲ ਆਫ ਮੁਦਕੀ, ਬੈਟਲ ਆਫ ਫਿਰੋਜ਼ ਸ਼ਹਿਰ, ਬੈਟਲ ਆਫ ਬੱਦੋਵਾਲ, ਬੈਟਲ ਆਫ ਅਲੀਵਾਲ ਤੇ ਬੈਟਲ ਆਫ ਸਬਰਾਉਂ। ਇਹ ਤੁਸੀਂ ਯਾਦ ਰੱਖਣੀਆਂ ਨੇਗੀਆਂ। ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਟ੍ਰੀਟੀ ਹੁੰਦੀ ਹੈ, ਇੱਕ ਸੰਧੀ ਹੁੰਦੀ ਹੈ ਲਾਹੌਰ ਦੀ, ਜਿਸ ਨੂੰ ਕਿਹਾ ਜਾਂਦਾ ਟ੍ਰੀਟੀ ਆਫ ਲਾਹੌਰ, ਲਾਹੌਰ ਦੀ ਸੰਧੀ। ਪਹਿਲਾ ਕੁਐਸਚਨ ਕੀ ਬਣਦਾ ਕਿ ਟ੍ਰੀਟੀ ਆਫ ਲਾਹੌਰ ਕਿੰਨਾ ਵਿਚਕਾਰ ਹੋਈ ਸੀ? ਟ੍ਰੀਟੀ ਆਫ ਲਾਹੌਰ ਹੋਈ ਸੀ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ ਤੇ ਲਾਰਡ ਹਾਰਡਿੰਗ ਦੇ ਵਿਚਕਾਰ। ਠੀਕ ਹੈ ਜੀ, ਮਹਾਰਾਜਾ ਦਲੀਪ ਸਿੰਘ ਤੇ ਲਾਰਡ ਹਾਰਡਿੰਗ ਦੇ ਵਿਚਕਾਰ ਟ੍ਰੀਟੀ ਆਫ ਲਾਹੌਰ ਹੁੰਦੀ ਹੈ 9 ਮਾਰਚ 1846 ਦੇ ਵਿੱਚ ਲਾਹੌਰ ਦੇ ਵਿੱਚ। ਠੀਕ ਹੈ, ਇਸ ਦੇ ਵਿੱਚ ਟ੍ਰੀਟੀ ਵਿੱਚ ਕੀ ਕਿਹਾ ਗਿਆ? ਇਸ ਟ੍ਰੀਟੀ ਦੇ ਵਿੱਚ ਜਿਹੜਾ ਸੀਗਾ ਮਹਾਰਾਜਾ ਦਲੀਪ ਸਿੰਘ ਨੂੰ ਐਜ਼ ਏ ਸੋਵਰੀਜਨ ਆਫ ਲਾਹੌਰ ਰੱਖਿਆ ਗਿਆ ਕਿ ਮਹਾਰਾਜਾ ਦਲੀਪ ਸਿੰਘ ਹੀ ਜਦੋਂ ਮੈਚਿਓਰ ਹੋ ਜਾਣਗੇ ਉਹ ਲਾਹੌਰ ਦੇ ਰਾਜੇ ਬਣਨਗੇ, ਇਸ ਨੂੰ, ਠੀਕ ਹੈ, ਆਪਣੇ ਕੰਟਰੋਲ ਵਿੱਚ ਕਰਨਗੇ, ਇਹ ਕਿਹਾ ਗਿਆ। ਬਟ ਇਸ ਦੇ ਵਿੱਚ ਇੱਕ ਬੰਦਾ ਸੀਗਾ ਗੁਲਾਬ ਸਿੰਘ ਡੋਗਰ। ਇਹਦਾ ਪੂਰਾ ਨਾਮ ਹੈ ਗੁਲਾਬ ਸਿੰਘ ਡੋਗਰ। ਠੀਕ ਹੈ, ਇਹ ਕੀ ਚਾਹੁੰਦਾ ਸੀ? ਇਹ ਕਸ਼ਮੀਰ ਨੂੰ ਆਪਦੇ ਅੰਡਰ ਕਰਨਾ ਚਾਹੁੰਦਾ ਸੀਗਾ। ਇਸ ਦੀ ਇੱਕ ਨੀਤ ਸੀਗੀ ਕਸ਼ਮੀਰ ਉੱਤੇ ਕਿ ਕਸ਼ਮੀਰ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ, ਸਵਿਟਜ਼ਰਲੈਂਡ ਆਫ ਇੰਡੀਆ ਕਿਹਾ ਜਾਂਦਾ ਹੈ। ਠੀਕ ਹੈ ਜੀ, ਹੈਵਨ ਆਫ ਵਰਲਡ ਕਿਹਾ ਜਾਂਦਾ ਜਾਂ ਹੈਵਨ ਆਫ ਇੰਡੀਆ ਕਿਹਾ ਜਾਂਦਾ ਹੈ। ਭਾਰਤ ਦਾ ਸਵਰਗ ਜਾਂ ਦੁਨੀਆ ਦਾ ਸਵਰਗ ਕਿਸ ਨੂੰ ਕਿਹਾ ਜਾਂਦਾ ਹੈ? ਕਸ਼ਮੀਰ ਨੂੰ ਕਿਹਾ ਜਾਂਦਾ ਹੈ। ਤਾਂ ਗੁਲਾਬ ਸਿੰਘ ਡੋਗਰ ਕੀ ਚਾਹੁੰਦਾ ਸੀਗਾ? ਉਹ ਕਸ਼ਮੀਰ ਨੂੰ ਆਪਦੇ ਅੰਡਰ ਕਰਨਾ ਚਾਹੁੰਦਾ ਸੀ, ਆਪ ਰਾਜਾ ਬਣਨਾ ਚਾਹੁੰਦਾ ਸੀ। ਤਾਂ ਗੁਲਾਬ ਸਿੰਘ ਡੋਗਰ ਨੇ ਹੀ ਕਿਹਾ ਜਾਂਦਾ ਹੈ ਕਿ ਟ੍ਰੀਟੀ ਆਫ ਲਾਹੌਰ ਕਰਨ ਦੇ ਲਈ ਅੰਗਰੇਜ਼ਾਂ ਨੂੰ ਕਿਹਾ ਸੀ
ਇਸ ਦੇ ਵਿੱਚ ਉਹਨੇ ਕੀ ਕਿਹਾ ਸੀ, ਗੁਲਾਬ ਸਿੰਘ ਡੋਗਰ ਨੇ ਅੰਗਰੇਜ਼ਾਂ ਨੂੰ ਕਿਹਾ ਸੀ ਕਿ ਤੁਸੀਂ ਸਿੱਖਾਂ ਨੂੰ ਕਹਿਣਾ ਕਿ ਤੁਹਾਡੇ ਨਾਲ ਲੜਦੇ ਹੋਏ ਸਾਡਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਇਆ, ਇਸ ਦੇ ਲਈ ਅਸੀਂ ਤੁਹਾਡੇ ਤੋਂ ਜੁਰਮਾਨਾ ਲਵਾਂਗੇ, ਫਾਈਨ ਲਵਾਂਗੇ, ਕਿੰਨੇ ਦਾ, 1 ਕਰੋੜ ਰੁਪਏ ਦਾ, 1 ਕਰੋੜ ਰੁਪਏ ਦਾ ਅਸੀਂ ਤੁਹਾਡੇ ਤੋਂ, ਠੀਕ ਹੈ ਜੀ, ਫਾਈਨ ਲਵਾਂਗੇ। ਤੇ ਗੁਲਾਬ ਸਿੰਘ ਜਾਣਦਾ ਸੀਗਾ ਕਿ ਇਸ ਜੋ ਜੰਗਾਂ ਹੋਈਆਂ ਨੇ 5 ਜੰਗਾਂ ਦੇ ਵਿੱਚ ਸਿੱਖਾਂ ਦਾ ਇੰਨਾ ਕੁ ਨੁਕਸਾਨ ਹੋ ਚੁੱਕਿਆ ਕਿ ਉਹ 1 ਕਰੋੜ ਰੁਪਇਆ ਨਹੀਂ ਦੇ ਸਕਦੇ, 1 ਕਰੋੜ ਨਹੀਂ ਦੇ ਸਕਦੇ। ਤਾਂ ਉਸਨੇ ਕਿਹਾ ਕਿ ਉਹ 1 ਕਰੋੜ ਮੈਂ ਤੁਹਾਨੂੰ ਦਊਂਗਾ, ਬ੍ਰਿਟਿਸ਼ਾਂ ਨੂੰ ਕਿਹਾ ਸੀ। ਤੇ ਇਸ ਤਰ੍ਹਾਂ ਕੀ ਹੋਊਗਾ, ਇੱਕ ਤਾਂ ਤੁਸੀਂ ਕਹਿਣਾ ਕਿ ਜੰਮੂ ਐਂਡ ਕਸ਼ਮੀਰ ਦਾ ਮੈਨੂੰ ਰੂਲਰ ਬਣਾਉਣਾ ਹੈ, ਜੰਮੂ ਐਂਡ ਕਸ਼ਮੀਰ ਮੇਰੇ ਅੰਡਰ ਕਰਨਾ, ਦੂਸਰਾ ਮੈਂ ਸਿੱਖ ਫੌਜਾਂ ਦੇ ਜਾਂ ਸਿੱਖ ਜੋ ਆਰਮੀ ਹੈ ਉਸ ਦੀ ਨਜ਼ਰ ਦੇ ਵਿੱਚ ਵੀ ਉੱਚਾ ਹੋ ਜਾਊਗਾ ਕਿ ਗੁਲਾਬ ਸਿੰਘ ਨੇ ਪੈਸੇ ਦਿੱਤੇ ਨੇ ਤੇ ਸਾਡੀ, ਠੀਕ ਹੈ, ਸਾਡਾ ਫਾਈਨ ਉਹਨੇ ਭਰਿਆ ਹੈ, ਸਾਡਾ ਜੁਰਮਾਨਾ ਉਹਨੇ ਭਰਿਆ ਹੈ। ਤਾਂ ਇਹ ਸਾਰੀ ਚਾਲ ਕਿਹਦੀ ਸੀਗੀ, ਗੁਲਾਬ ਸਿੰਘ ਦੀ। ਤਾਂ ਕੁਐਸਚਨ ਆਉਂਦਾ ਕਿ ਜੰਮੂ ਐਂਡ ਕਸ਼ਮੀਰ ਗੁਲਾਬ ਸਿੰਘ ਨੂੰ ਕਿੰਨੇ ਰੁਪਏ ਦੇ ਵਿੱਚ ਦਿੱਤਾ ਗਿਆ ਸੀ, ਤਾਂ ਉਹ ਦਿੱਤਾ ਗਿਆ ਸੀ 1 ਕਰੋੜ ਰੁਪਏ ਦੇ ਵਿੱਚ। ਤਾਂ 1 ਕਰੋੜ ਰੁਪਏ ਦੇ ਵਿੱਚ ਦਿੱਤਾ ਗਿਆ ਸੀ ਜੰਮੂ ਐਂਡ ਕਸ਼ਮੀਰ ਗੁਲਾਬ ਸਿੰਘ ਨੂੰ, ਠੀਕ ਹੈ ਜੀ। ਇਸ ਟਰੀਟੀ ਤੋਂ ਬਾਅਦ ਕੀ ਹੈ, ਆਪਾਂ ਨੇ ਪੜ੍ਹਿਆ ਸੀ ਜੋ ਟਰੀਟੀ ਆਫ ਅੰਮ੍ਰਿਤਸਰ ਦੇ ਉਹਦੇ ਵਿੱਚ ਕੀ ਸੀ ਕਿ ਸਤਲੁਜ ਤੋਂ ਨੀਚੇ ਵਾਲੇ ਪਾਸੇ ਨੂੰ ਕੌਣ ਰਹਿਣਗੇ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਰਹੇਗੀ, ਤੇ ਉੱਪਰਲੇ ਵਾਲੇ ਪਾਸੇ 'ਤੇ ਮਹਾਰਾਜਾ ਰਣਜੀਤ ਸਿੰਘ ਰਹਿਣਗੇ। ਤਾਂ ਬ੍ਰਿਟਿਸ਼ ਇਸ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਨਗੇ, ਠੀਕ ਹੈ ਜੀ। ਪਰ ਇਸ ਟਰੀਟੀ ਦੇ ਨਾਲ ਕੀ ਹੋਇਆ ਸੀਗਾ ਕਿ ਜਿਹੜਾ ਬ੍ਰਿਟਿਸ਼ਰ ਨਹੀਂ ਸੀ, ਬਿਆਸ ਤੇ ਸਤਲੁਜ ਦੇ ਵਿਚਕਾਰਲਾ ਜੋ ਇਲਾਕਾ ਸੀਗਾ, ਜਿਸ ਨੂੰ ਆਪਾਂ ਕਹਿੰਦੇ ਹਾਂ ਦੁਆਬ ਕਹਿੰਦੇ ਹਾਂ, ਠੀਕ ਹੈ, ਜਲੰਧਰ ਹੁਸ਼ਿਆਰਪੁਰ ਵਾਲਾ ਏਰੀਆ, ਉਸ ਨੂੰ ਆਪਦੇ ਅੰਡਰ ਕਰ ਲਿਆ ਸੀਗਾ, ਠੀਕ ਹੈ, ਆਪਣੇ ਅੰਡਰ ਕਰ ਲਿਆ ਸੀਗਾ ਇਹਨਾਂ ਅੰਗਰੇਜ਼ਾਂ ਨੇ, ਬ੍ਰਿਟਿਸ਼ਰ ਨੇ ਬਿਆਸ ਤੇ ਸਤਲੁਜ ਵਾਲਾ ਏਰੀਆ। ਉਸ ਤੋਂ ਬਾਅਦ ਜਿਹੜੀਆਂ ਸਤਲੁਜ ਦੀਆਂ ਦੋਵੇਂ ਕਿਨਾਰੇ ਸੀਗੇ, ਦੇਖੋ ਇੱਕ ਪਾਸੇ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਸੀਗੀ, ਇੱਕ ਪਾਸੇ ਬ੍ਰਿਟਿਸ਼, ਪਰ ਹੁਣ ਇਹਨਾਂ ਨੇ ਦੋਨੇ ਜੋ ਕਿਨਾਰੇ ਸੀਗੇ ਉੱਤੇ ਆਪਦੀ ਆਰਮੀ ਲਾਉਣੀ ਸ਼ੁਰੂ ਕਰਤੀ ਸੀਗੀ ਬ੍ਰਿਟਿਸ਼ਰ ਨੇ, ਕਿ ਦੋਨੇ ਜੋ ਕਿਨਾਰਿਆਂ ਨੂੰ ਆਪਦੇ ਅੰਡਰ ਕਰ ਲਿਆ ਸੀ। ਤੇ ਇਸ ਦੇ ਵਿੱਚ ਉਹਨਾਂ ਨੇ ਘੱਟੋ ਘੱਟ 1.5 ਮਿਲੀਅਨ ਦਾ 1.5 ਮਿਲੀਅਨ ਦਾ ਜੋ ਸੀਗਾ ਇੱਕ ਤਰ੍ਹਾਂ ਨਾਲ ਜੁਰਮਾਨਾ ਜਾਂ ਕਹਿ ਸਕਦੇ ਹਾਂ ਆਪਾਂ, ਇੱਕ ਤਰ੍ਹਾਂ ਨਾਲ ਉਹਨਾਂ ਤੋਂ ਪੈਸੇ ਟਾਈਪ ਲਏ ਸੀਗੇ, ਠੀਕ ਹੈ ਜੀ। ਇਹ ਸੀਗੀ ਟਰੀਟੀ ਆਫ ਲਾਹੌਰ। ਦੇਖੋ ਇੱਕ ਬੰਦਾ ਹੋਇਆ ਹੈ ਇਤਿਹਾਸ ਵਿੱਚ ਨੈਪਰ, ਠੀਕ ਹੈ, ਨੈਪੀਅਰ, ਇਸਨੇ ਤੁਸੀਂ ਮੈਥ ਦੇ ਵਿੱਚ ਪੜ੍ਹਿਆ ਹੋਊਗਾ ਲੋਗ ਟੇਬਲ, ਠੀਕ ਹੈ, ਲੋਗ ਟੇਬਲ, ਉਹ ਇਸਨੇ ਹੀ ਇਨਵੈਂਟ ਕੀਤਾ ਹੈ। ਨੈਪਰ ਇੱਕ ਐਸਾ ਪਰਸਨ ਹੈ ਜਿਸਨੇ ਕਿਹਾ ਸੀਗਾ ਕਿ ਜੋ ਟਰੀਟੀ ਆਫ ਲਾਹੌਰ ਉਹ ਸਿੱਖਾਂ ਦੇ ਲਈ ਜ਼ਿਆਦਾ ਕੁਛ ਨਹੀਂ, ਬਸ ਸਿੱਖ ਰਾਜ ਦੇ ਪਤਨ ਦੇ ਤਰਫ ਪਹਿਲਾ ਇੱਕ ਕਦਮ ਹੈ, ਠੀਕ ਹੈ ਜੀ। ਉਸਨੇ ਕਿਹਾ ਸੀ ਕਿ ਟਰੀਟੀ ਆਫ ਲਾਹੌਰ ਇਜ਼ ਨਾਟ ਮੋਰ ਦੈਨ ਏ ਬੈਕ ਸਟੈਪ ਫॉर ਸਿੱਖਸ। ਉਹ ਕਹਿੰਦਾ ਸੀ ਕਿ ਸਿੱਖ ਰਾਜ ਦੇ ਲਈ ਟਰੀਟੀ ਆਫ ਲਾਹੌਰ ਉਹਨਾਂ ਦੇ ਪਤਨ ਦੇ ਪਹਿਲੇ ਕਦਮ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹੈਗਾ। ਮਤਲਬ ਕਿ ਟਰੀਟੀ ਆਫ ਲਾਹੌਰ ਤੋਂ ਬਾਅਦ ਸਿੱਖ ਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀਗਾ, ਠੀਕ ਹੈ ਜੀ। ਇਸ ਤੋਂ ਬਾਅਦ ਇੱਕ ਹੁੰਦੀ ਹੈ ਟਰੀਟੀ ਆਫ ਬੈਰੋਵਾਲ। ਟਰੀਟੀ ਆਫ ਬੈਰੋਵਾਲ, ਇਹ ਟਰੀਟੀ ਇੱਕ ਤਰ੍ਹਾਂ ਦੀ ਸਬਸਿਡਰੀ ਅਲਾਇੰਸ ਸੀਗੀ। ਹੁਣ ਜਿਸ ਬੱਚੇ ਨੂੰ ਨਹੀਂ ਪਤਾ ਕਿ ਸਬਸਿਡਰੀ ਅਲਾਇੰਸ ਕੀ ਹੈ ਤਾਂ ਉਸ ਨੂੰ ਮੈਂ ਸਮਝਾ ਦਿੰਦਾ ਕਿ ਸਬਸਿਡਰੀ ਅਲਾਇੰਸ ਲਾਰਡ ਵੈਲਸਲੇ ਨੇ ਕੀਤੀ ਸੀਗੀ, ਲਾਰਡ ਵੈਲਸਲੇ ਨੇ ਕੀਤੀ ਸੀਗੀ। ਇਸ ਦੇ ਵਿੱਚ ਕੀ ਹੁੰਦਾ ਸੀ, ਠੀਕ ਹੈ, ਲਾਰਡ ਵੈਲਸਲੇ ਨੇ ਕੀਤੀ ਸੀ। ਇਹ ਤੁਸੀਂ ਪਹਿਲਾਂ ਯਾਦ ਰੱਖਣਾ ਕਿ ਸਬਸਿਡਰੀ ਅਲਾਇੰਸ ਕਿਸ ਨੇ ਕੀਤੀ ਸੀ, ਲਾਰਡ ਵੈਲਸਲੇ। ਇਸ ਦਾ ਆਪਾਂ ਸਾਫ਼ ਲਿਖ ਦਿੰਦੇ ਹਾਂ, ਲਾਰਡ ਵੈਲਸਲੇ, ਠੀਕ ਹੈ, ਲਾਰਡ ਵੈਲਸਲੇ ਇਸਨੇ ਕੀਤੀ ਸੀਗੀ ਸਬਸਿਡਰੀ ਅਲਾਇੰਸ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਨਹੀਂ, ਇੰਡੀਆ ਦੇ ਵਿੱਚ ਪਹਿਲੀ ਵਾਰ ਸਬਸਿਡਰੀ ਅਲਾਇੰਸ ਕੌਣ ਲੈ ਕੇ ਆਇਆ ਸੀਗਾ, ਲਾਰਡ ਵੈਲਸਲੇ। ਇਹ ਗਵਰਨਰ ਜਨਰਲ ਸੀਗਾ ਇੰਡੀਆ ਦਾ, ਠੀਕ ਹੈ ਜੀ। ਹੁਣ ਸਬਸਿਡਰੀ ਅਲਾਇੰਸ ਕੀ ਸੀਗਾ, ਸਬਸਿਡਰੀ ਅਲਾਇੰਸ ਦੇ ਵਿੱਚ 4 ਸਟੈਪ ਹੁੰਦੇ ਸੀਗੇ, ਠੀਕ ਹੈ ਜੀ। 4 ਸਟੈਪ ਕਹਿ ਸਕਦੇ ਹਾਂ, ਜਿਸ ਤਰ੍ਹਾਂ ਕਿ ਇੱਕ ਦਰਖਤ ਨੂੰ ਖੋਖਲਾ ਕੀਤਾ ਜਾਂਦਾ ਨਾ ਅੰਦਰੋਂ, ਇੱਕ ਜੋ ਆਪਾਂ ਕਹਿੰਦੇ ਹਾਂ ਦੀਮਕ ਦੁਆਰਾ ਸਿਉਂਕ ਲੱਗ ਜਾਂਦੀ ਹੈ ਉਸ ਦੁਆਰਾ, ਉਸ ਤਰ੍ਹਾਂ ਹੀ ਦੀ ਇੱਕ ਟਰੀਟੀ ਸੀਗੀ ਸਬਸਿਡਰੀ ਅਲਾਇੰਸ ਦੀ। ਉਸ ਦੇ ਵਿੱਚ ਕੀ ਹੁੰਦਾ ਸੀ, 4 ਸਟੈਪਾਂ ਦੇ ਵਿੱਚ ਕਿਸੇ ਵੀ ਰਾਜ ਨੂੰ ਆਪਦੇ ਅੰਡਰ ਕੀਤਾ ਜਾਂਦਾ ਸੀ। ਪਹਿਲਾ ਸਟੈਪ ਕੀ ਸੀਗਾ, ਪਹਿਲਾਂ ਉਸ ਰਾਜ ਦੇ ਜੋ ਰੂਲਰ ਹੈ ਉਸ ਦੇ ਨਾਲ ਕੀ ਕੀਤੀ ਜਾਂਦੀ ਸੀ, ਦੋਸਤੀ ਕੀਤੀ ਜਾਂਦੀ ਸੀ, ਫਰੈਂਡਸ਼ਿਪ ਕੀਤੀ ਜਾਂਦੀ ਸੀਗੀ, ਠੀਕ ਹੈ। ਰੂਲਰ ਦੇ ਨਾਲ ਪਹਿਲਾਂ ਫਰੈਂਡਸ਼ਿਪ ਕੀਤੀ ਜਾਂਦੀ ਸੀ। ਫਿਰ ਦੂਸਰੇ ਸਟੈਪ ਦੇ ਵਿੱਚ ਕੀ ਕੀਤਾ ਜਾਂਦਾ ਸੀ ਕਿ ਰੂਲਰ ਨੂੰ ਪੇਸ਼ਕਸ਼ ਕੀਤੀ ਜਾਂਦੀ ਸੀ ਕਿ ਉਹ ਉਸ ਦੀ ਜੋ ਆਰਮੀ ਹੈ, ਠੀਕ ਹੈ, ਆਰਮੀ ਹੈ, ਉਸ ਨੂੰ ਆਪਦੇ ਲੈਵਲ ਦਾ ਬਣਾਉਣਗੇ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆਪਦੇ ਲੈਵਲ ਦਾ ਬਣਾਏਗੀ, ਠੀਕ ਹੈ। ਇਸ ਦੇ ਲਈ ਕੀ ਕਰੂਗੀ ਕਿ ਅਸੀਂ ਆਪਦੇ ਕੁਝ ਸੈਨਾਪਤੀ ਵਗੈਰਾ ਤੁਹਾਡੀ ਆਰਮੀ 'ਚ ਭਰਤੀ ਕਰਾਉਣੇ ਆ, ਜਿਸ ਦੇ ਨਾਲ ਕੀ ਹੋਊਗਾ, ਉਹ ਤੁਹਾਡੀ ਆਰਮੀ ਨੂੰ ਸਾਡੇ ਤਰ੍ਹਾਂ ਲੜਨਾ ਸਿਖਾਉਣਗੇ, ਸਾਡੇ ਤਰ੍ਹਾਂ, ਠੀਕ ਹੈ, ਕਿਵੇਂ ਰਹਿਣਾ ਸਹਿਣਾ ਉਹ ਸਿਖਾਉਣਗੇ। ਤੀਜੇ ਦੇ ਵਿੱਚ ਉਹ ਕੀ ਕਹਿੰਦੇ ਸੀਗੇ ਕਿ ਤੁਸੀਂ ਇੰਨਾ ਖਰਚ ਕਰ ਰਹੇ ਹੋ, ਸਾਡੇ ਜੋ ਸੈਨਾਪਤੀ ਵਗੈਰਾ ਆਉਂਦੇ ਨੇਗੇ ਤੁਹਾਡੀ ਆਰਮੀ ਨੂੰ ਸਿਖਾਉਂਦੇ ਨੇ, ਇੰਨਾ ਪੈਸਾ ਲੈਂਦੇ ਨੇ, ਇਸ ਦੀ ਜਗ੍ਹਾ ਤੁਸੀਂ ਕੀ ਕਰੋ ਕਿ ਆਪਦੀ ਆਰਮੀ ਹਟਾ ਕੇ ਸਾਡੀ ਹੀ ਆਰਮੀ ਰੱਖ ਲਓ। ਤੀਜੇ ਸਟੈਪ ਦੇ ਵਿੱਚ ਉਹ ਆਪਦੀ ਆਰਮੀ ਨੂੰ ਹੀ ਉਸ ਰੂਲਰ ਦੇ, ਠੀਕ ਹੈ, ਅੰਡਰ ਕਰ ਦਿੰਦੇ ਸੀ ਕਿ ਉਸ ਰੂਲਰ ਦੇ ਹੁਣ ਕੋਲੇ ਜੋ ਸਾਰੀ ਆਰਮੀ ਸੀ ਉਹ ਕਿਸ ਦੀ ਹੁੰਦੀ ਸੀਗੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੁੰਦੀ ਸੀ। ਤੀਸਰੇ ਜੋ ਸਟੈਪ ਦੇ ਵਿੱਚ ਉਹ ਆਪਦੀ ਆਰਮੀ ਸਾਰੀ ਦੀ ਸਾਰੀ ਆਰਮੀ ਉਸ ਰੂਲਰ ਨੂੰ ਦੇ ਦਿੰਦੇ ਸੀ। ਹੁਣ ਚੌਥੇ ਸਟੈਪ ਦੇ ਵਿੱਚ ਕੀ ਹੁੰਦਾ ਸੀਗਾ ਕਿ ਹੁਣ ਰੂਲਰ ਕੀ ਸੀ, ਪੂਰੀ ਤਰ੍ਹਾਂ ਡਿਪੈਂਡ ਹੋ ਜਾਂਦਾ ਸੀਗਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ 'ਤੇ।
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੇ ਫੁੱਲੀ ਡਿਪੈਂਡੈਂਟ ਹੋ ਜਾਂਦਾ ਸੀਗਾ ਰੂਲਰ, ਕਿਉਂਕਿ ਉਹਦੇ ਕੋਲ ਆਪਦੀ ਕੋਈ ਆਰਮੀ ਨਹੀਂ ਸੀ, ਕੁਝ ਨਹੀਂ ਸੀ, ਤਾਂ ਸਭ ਕੁਝ ਕੌਣ ਕਰਦੀ ਸੀ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਤੇ ਇਸ ਤਰ੍ਹਾਂ ਚੌਥੇ ਸਟੈਪ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਉਸ ਰੂਲਰ ਨੂੰ ਹਟਾ ਕੇ ਜਾਂ ਉਸ ਨੂੰ ਆਪਦੇ ਅੰਡਰ ਕਰਕੇ ਕਿ ਤੂੰ ਸਾਡੇ ਅੰਡਰ ਰਹੇਗਾ ਨਹੀਂ ਤਾਂ ਤੈਨੂੰ ਮਾਰ ਦਿੱਤਾ ਜਾਊਗਾ, ਉਸ ਦੇ ਰਾਜ ਨੂੰ ਆਪਦੇ ਅੰਡਰ ਮਿਲਾ ਲੈਂਦੇ ਸੀ। ਤਾਂ ਇੰਡੀਆ ਦੀ ਜੋ ਪਹਿਲੀ ਜਗ੍ਹਾ ਸੀ ਜਿਸ ਤੇ ਸਬਸਿਡਾਰੀ ਅਲਾਇੰਸ ਹੋਇਆ ਸੀ ਉਹ ਸੀਗਾ ਹੈਦਰਾਬਾਦ। ਨਿਜ਼ਾਮ ਆਫ ਹੈਦਰਾਬਾਦ ਨੂੰ ਇਸ ਦੇ ਅੰਡਰ ਕੀਤਾ ਗਿਆ ਸੀਗਾ, ਠੀਕ ਹੈ ਜੀ। ਨਿਜ਼ਾਮ ਆਫ ਹੈਦਰਾਬਾਦ ਨੂੰ ਸਬਸਿਡਾਰੀ ਅਲਾਇੰਸ ਦੇ ਅੰਡਰ ਪਹਿਲੀ ਵਾਰ ਲੈ ਕੇ ਆਇਆ ਗਿਆ ਸੀਗਾ ਇੰਡੀਆ ਦੇ ਵਿੱਚ। ਤਾਂ ਟ੍ਰੀਟੀ ਆਫ ਬੈਰੋਵਾਲ ਕੀ ਸੀ? ਇਹ ਵੀ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਹੀ ਸਬਸਿਡਾਰੀ ਅਲਾਇੰਸ ਸੀਗੀ। ਇਸ ਦੇ ਵਿੱਚ ਕੀ ਕਿਹਾ ਗਿਆ ਸੀਗਾ ਜੀ? ਇੱਕ ਤਰ੍ਹਾਂ ਨਾਲ ਕਿ ਜੋ ਵੀ ਰੂਲਰ ਹੈ ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੋਂ ਇਲਾਵਾ ਹੋਰ ਕਿਸੇ ਵੀ ਰੂਲਰ ਨਾਲ ਕੋਈ ਵੀ ਸੰਧੀ ਨਹੀਂ ਕਰੇਗਾ। ਕਿਸੇ ਵੀ ਤੀਜੇ ਰੂਲਰ ਦੇ ਨਾਲ ਕੋਈ ਸੰਧੀ ਨਹੀਂ ਕਰ ਸਕਦਾ ਉਹ ਰੂਲਰ, ਠੀਕ ਹੈ, ਜਿਸ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਨਾਲ ਸਬਸਿਡਾਰੀ ਅਲਾਇੰਸ ਕਰ ਲਈ ਸੀਗੀ। ਤੇ ਇਹ ਟ੍ਰੀਟੀ ਕਦੋਂ ਸਾਈਨ ਹੋਈ ਸੀਗੀ? ਇਹ ਹੋਈ ਸੀਗੀ 16 ਦਸੰਬਰ 1846 ਦੇ ਵਿੱਚ। 16 ਦਸੰਬਰ 1846 ਦੇ ਵਿੱਚ ਇਹ ਟ੍ਰੀਟੀ ਸਾਈਨ ਹੋਈ ਸੀਗੀ, ਠੀਕ ਹੈ। ਇਸ ਟ੍ਰੀਟੀ ਦੇ ਵਿੱਚ ਕੀ ਕੀਤਾ ਗਿਆ ਸੀ ਕਿ 8 ਸਰਦਾਰਾਂ ਦਾ ਇੱਕ ਕੌਂਸਲ ਬਣਾਇਆ ਗਿਆ ਸੀਗਾ, ਠੀਕ ਹੈ ਜੀ। ਤੇ ਉਹਨਾਂ ਸਰਦਾਰਾਂ ਨੂੰ ਕੀ ਕਿਹਾ ਗਿਆ ਸੀ ਕਿ ਉਹਨਾਂ ਸਰਦਾਰਾਂ ਦੇ ਲਈ ਉਹ ਕਿਹੜਾ ਏਰੀਆ ਸੀਗਾ ਸਾਰੇ 8 ਭਾਗਾਂ 'ਚ ਵੰਡ ਦਿੱਤਾ ਗਿਆ ਸੀ। ਉਹਨਾਂ ਸਰਦਾਰਾਂ ਦੇ ਅੰਡਰ ਬ੍ਰਿਟਿਸ਼ ਟਰੂਪਸ ਲਾਏ ਗਏ ਸੀ, ਮਤਲਬ ਬ੍ਰਿਟਿਸ਼ ਸੈਨਾ ਲਾਈ ਗਈ ਸੀਗੀ ਉਹਨਾਂ ਸਰਦਾਰਾਂ ਦੇ ਅੰਡਰ, ਜਦੋਂ ਤੱਕ ਦਲੀਪ ਸਿੰਘ ਮੈਚਿਓਰ ਨਹੀਂ ਹੋ ਜਾਂਦੇ, ਮਤਲਬ 16 ਸਾਲ ਦੇ ਨਹੀਂ ਹੋ ਜਾਂਦੇ। ਜਦੋਂ ਤੱਕ ਉਹ 16 ਸਾਲ ਦੇ ਨਹੀਂ ਹੋ ਜਾਂਦੇ ਉਦੋਂ ਤੱਕ ਇਹਨਾਂ 8 ਜੋ ਏਰੀਆ ਵੰਡਤੇ ਸੀ ਲਾਹੌਰ ਦਾ, ਉਸ ਦਾ ਦੇਖ ਰੇਖ ਕੌਣ ਕਰਨਗੇ? ਬ੍ਰਿਟਿਸ਼ ਕਰਨਗੇ, ਬ੍ਰਿਟਿਸ਼ ਆਰਮੀ ਕਰੂਗੀ। ਤੇ ਸਰ ਹੈਨਰੀ ਲਾਰੈਂਸ ਨੂੰ ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਸੀ, ਮਤਲਬ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਦੇਖ ਰੇਖ ਕੌਣ ਕਰੂਗਾ? ਸਰ ਹੈਨਰੀ ਲਾਰੈਂਸ ਕਰੂਗਾ। ਔਰ ਇਸ ਦੇ ਨਾਲ ਹੀ ਅੱਜ ਦਾ ਆਪਣਾ ਇਹ ਲੈਕਚਰ ਕੰਪਲੀਟ ਹੁੰਦਾ ਜੀ। ਪਹਿਲੇ ਪਾਰਟ ਦੇ ਵਿੱਚ ਆਪਾਂ ਨੇ ਜੋ ਪਹਿਲੀਆਂ ਐਂਗਲੋ ਸਿੱਖ ਵਾਰ ਨੇ, ਫਸਟ ਐਂਗਲੋ ਸਿੱਖ ਵਾਰ ਉਹਨਾਂ ਨੂੰ ਕੰਪਲੀਟ ਕੀਤਾ। ਤੇ ਨੈਕਸਟ ਜੋ ਤੁਹਾਡੇ ਲੈਕਚਰ ਲੈ ਕੇ ਆਵਾਂਗੇ ਨੈਕਸਟ ਪਾਰਟ, ਉਸ ਦੇ ਵਿੱਚ ਆਪਾਂ ਸੈਕਿੰਡ ਐਂਗਲੋ ਸਿੱਖ ਵਾਰਸ ਨੂੰ ਕਵਰ ਕਰਾਂਗੇ। ਤੇ ਜੋ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਸੀਗਾ, ਕਿਸ ਤਰ੍ਹਾਂ ਬ੍ਰਿਟਿਸ਼ ਨੇ ਇਸ ਤੋਂ ਐਂਗਲੋ ਸਿੱਖ ਵਾਰ ਤੋਂ ਜਿੱਤਣ ਤੋਂ ਬਾਅਦ ਪੰਜਾਬ ਨੂੰ ਆਪਦੇ ਅੰਡਰ ਕਰਨ ਤੋਂ ਬਾਅਦ ਕਿਸ ਤਰ੍ਹਾਂ ਆਪਦਾ ਰਾਜ ਪ੍ਰਬੰਧ ਚਲਾਇਆ, ਉਹ ਪੜ੍ਹਾਂਗੇ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕਸ।